ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 18ਵੀਂ ਤੇ ਪਦ ਚੌਥਾ ਵਿਚਾਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਸੁਣਦਾ ਹੈ ਤੇ ਉਹਨਾਂ ਹੀ ਵਿਚਾਰਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਪ੍ਰਾਣੀ ਚੱਲਦਾ ਹੈ। ਸੁਖਮਨੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸੱਚੇ ਪਾਤਸ਼ਾਹ ਨੇ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ, ਪ੍ਰਭੂ ਦੇ ਵਿੱਚ ਸਮਾ ਜਾਣ ਦੀ ਬਹੁਤ ਹੀ ਪਿਆਰੀ ਵਿਧੀ ਆਪਣੇ ਸਿੱਖ ਨੂੰ ਸਮਝਾਈ ਹੈ। ਇੱਕ ਪਾਸੇ ਸਮਾਂ ਹੈ ਜੋ ਬਦਲਦਾ ਹੈ, ਇੱਕ ਪਾਸੇ ਪ੍ਰਭੂ ਹੈ ਜੋ ਕਦੇ ਵੀ ਬਦਲਦਾ ਨਹੀਂ ਹੈ, ਇੱਕ ਪਾਸੇ ਪ੍ਰਾਣੀ ਹੈ ਜੋ ਵਿਨਾਸ਼ ਹੋਣ ਵਾਲਾ ਹੈ, ਦੂਸਰੇ ਪਾਸੇ ਪ੍ਰੀਤਮ ਹੈ ਜਿਹੜਾ ਸਦੀਵੀ ਹੈ। ਇੱਕ ਪਾਸੇ ਸਤਾਈ ਹੈ, ਦੂਜੇ ਪਾਸੇ ਅਸਥਾਈ ਹੈ। ਇੱਕ ਪਾਸੇ ਸਥਿਰ ਹੈ, ਦੂਜੇ ਪਾਸੇ ਅਸਥਿਰ ਹੈ। ਚੱਲਣਹਾਰ ਹੈ ਤੇ ਦੂਸਰੇ ਪਾਸੇ ਅਮਰ ਹੈ। ਦੋਨਾਂ ਨੂੰ ਮਿਲਾਉਣ ਦਾ ਤਰੀਕਾ ਪਾਤਸ਼ਾਹ ਨੇ ਸਮਝਾਇਆ ਹੈ। ਹਮੇਸ਼ਾ ਹੀ ਛੋਟਾ ਵੱਡੇ ਦੇ ਵਿੱਚ ਸਮਾਉਂਦਾ ਹੈ। ਇੱਕ ਬੂੰਦ ਸਾਗਰ ਦੀ ਭਾਲ ਕਰਦੀ ਹੈ। ਬੂੰਦ ਵਿਚਾਰੀ ਹੈ, ਸਾਗਰ ਮਹਾਨ ਹੈ। ਬੂੰਦ ਨੇ ਵਿਛੜ ਕੇ ਸਾਗਰ ਨੂੰ ਢੂੰਡਿਆ ਹੈ ਤੇ ਮਿਲ ਕੇ ਆਪਣਾ ਜੀਵਨ ਸਫਲ ਬਣਾਇਆ ਹੈ। ਪ੍ਰਾਣੀ ਵਿਛੜਿਆ ਹੋਇਆ ਹੈ, ਪ੍ਰਾਣੀ ਬੂੰਦ ਹੈ, ਪ੍ਰਭੂ ਸਾਗਰ ਹੈ ਤੇ ਬੂੰਦ ਨੇ ਸਾਗਰ ਦੇ ਵਿੱਚ ਸਮਾਉਣ ਦਾ ਆਪਣਾ ਮਿਸ਼ਨ ਪੂਰਾ ਕਰਨਾ ਹੈ। ਸੱਚੇ ਪਾਤਸ਼ਾਹ ਨੇ ਬੜੇ ਸੌਖੇ ਤਰੀਕੇ ਨਾਲ ਸਾਨੂੰ ਉਪਦੇਸ਼ ਦਿੱਤਾ ਹੈ ਕਿ ਪ੍ਰਾਣੀ ਤੂੰ ਬਹੁਤ ਛੋਟਾ ਹੈ, ਪ੍ਰੀਤਮ ਬਹੁਤ ਵੱਡਾ ਹੈ। ਤੂੰ ਉਹਦੀ ਆਰਾਧਨਾ ਕਰ, ਉਹਦਾ ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ ਜਿਹਨੇ ਤੈਨੂੰ ਆਕਾਰ ਦਿੱਤਾ ਹੈ, ਤੈਨੂੰ ਸਾਜਿਆ ਹੈ, ਤੈਨੂੰ ਸੰਵਾਰਿਆ ਹੈ, ਤੈਨੂੰ ਦੁਨੀਆ ਦੇ ਵਿੱਚ ਸੋਹਣਾ ਸਥਾਨ ਦਿੱਤਾ ਹੈ। ਤੂੰ ਦਿਨ ਰਾਤ, ਪਲ ਪਲ, ਛਿਨ ਛਿਨ ਉਹਦੀ ਆਰਾਧਨਾ ਕਰੀ ਚੱਲ। ਤੇਰੀ ਆਰਾਧਨਾ ਦੇ ਉੱਤੇ ਉਹ ਪ੍ਰਸੰਨ ਹੋਵੇਗਾ ਤੇ ਤੈਨੂੰ ਆਪਣੇ ਪਾਸ ਬੁਲਾ ਲਵੇਗਾ। 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਪਦ ਹਨ। ਦੂਸਰੇ ਪਾਸੇ ਦਿਨ ਰਾਤ ਹੈ, 24 ਘੰਟੇ ਹਨ, 3 ਘੜੀਆਂ ਹਨ। 3 ਘੜੀਆਂ ਦਾ ਇੱਕ ਪਹਿਰ ਹੈ। ਔਸਤਨ ਤੌਰ ਉੱਤੇ ਇਨਸਾਨ 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦਾ ਹੈ। 1 ਘੰਟੇ ਦੇ ਵਿੱਚ 1,000। ਇੱਕ ਪਾਸੇ 24,000 ਅੱਖਰ ਹਨ। ਵਡਮੁੱਲੇ ਇਨਸਾਨ ਦੀ ਮੁਕਤੀ
ਮੋਕਸ਼ ਵੱਲ ਲਿਜਾਣ ਦੇ ਲਈ ਸਮਰੱਥ ਹਨ। ਦੂਸਰੇ ਪਾਸੇ ਪ੍ਰਾਣੀ ਦੀ ਚਾਹਤ ਹੈ, ਉਹਨੇ ਸਮਾਂ ਗੁਜ਼ਾਰਨਾ ਹੈ ਮਾਇਆ ਦੇ ਪਿੱਛੇ ਲੱਗ ਕੇ, ਜਾਂ ਉਹਨੇ ਪ੍ਰਭੂ ਦੇ ਵਿੱਚ ਇੱਕ ਮਿੱਕ ਹੋਣਾ ਹੈ। ਇਹ ਉਹਦੀ ਆਪ ਦੀ ਇੱਛਾ ਹੈ। ਇੱਕ ਇੱਕ ਪਲ ਵਾਹਿਗੁਰੂ 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 ਦਾ ਸਿਮਰਨ, ਉਹਨੂੰ ਮਨ ਦੇ ਵਿੱਚ ਟਿਕਾਉਣਾ, ਹਰ ਹਾਲਤ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦੇਣਾ, ਆਪਣੀ ਈਗੋ ਨੂੰ ਮਾਰ ਦੇਣਾ। ਇਹੀ ਉਹਦਾ ਮੋਕਸ਼ ਹੈ, ਇਹੀ ਪ੍ਰਾਣੀ ਦੀ ਗਤ ਹੈ। ਸੱਚੇ ਪਾਤਸ਼ਾਹ ਨੇ 3 ਵਿਸ਼ਿਆਂ ਉੱਤੇ ਜ਼ੋਰ ਦਿੱਤਾ ਹੈ। ਪਹਿਲਾ ਵਿਸ਼ਾ ਹੈ ਪ੍ਰਭੂ ਦੀ ਉਸਤਤ, ਪ੍ਰਭੂ ਦੀ ਮਹਿਮਾ, ਪ੍ਰਭੂ ਦਾ ਵਿਸਤਾਰ ਰੂਪ, ਪ੍ਰਭੂ ਦਾ ਆਨਿਕ ਰੂਪ, ਪ੍ਰਭੂ ਦਾ ਵਿਰਾਟ ਰੂਪ, ਪ੍ਰਭੂ ਦਾ ਚੁੱਪ ਰੂਪ। ਬੇਸ਼ੁਮਾਰ ਰੂਪਾਂ ਦੀ ਪ੍ਰਸ਼ੰਸਾ ਕੀਤੀ ਹੈ ਸੱਚੇ ਪਾਤਸ਼ਾਹ ਨੇ। ਪ੍ਰਾਣੀ ਪ੍ਰਭੂ ਨੂੰ ਧਿਆ ਕੇ, ਛੋਟਾ ਬਣ ਕੇ ਉਹਦਾ ਹਿੱਸਾ ਬਣ ਸਕਦਾ ਹੈ, ਉਹ ਅਪਣਾ ਸਕਦਾ ਹੈ। ਕਦੇ ਵੀ ਪ੍ਰਾਣੀ ਆਪਣੀ ਜਿੱਦ ਨਾਲ, ਆਪਣੀ ਹਉਮੈ ਦੇ ਨਾਲ ਪ੍ਰੀਤਮ ਨੂੰ ਨਹੀਂ ਪਾ ਸਕਦਾ। ਨਿਮਰਤਾ, ਛੋਟਾ ਹੋਣਾ, ਡਾਊਨ ਟੂ ਅਰਥ, ਚਰਨਾਂ ਦੀ ਧੂੜ ਬਣ ਕੇ ਹੀ ਉਹਨੂੰ ਪ੍ਰਸੰਨ ਕਰ ਸਕਦਾ ਹੈ। ਦੂਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਭਗਤ ਜਨਾਂ, ਉਹਨਾਂ ਦਾਸਾਂ, ਉਹਨਾਂ ਸੇਵਕਾਂ, ਉਹਨਾਂ ਸੰਤਾਂ, ਉਹਨਾਂ ਸਾਧੂਆਂ ਦਾ ਚੁਣਿਆ ਹੈ, ਜਿਹੜੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ, ਪ੍ਰਭੂ ਦੇ ਬਣ ਜਾਂਦੇ ਹਨ। ਫਿਰ ਉਹ ਭਰ ਜਾਂਦੇ ਹਨ, ਸਮਰੱਥ ਹੋ ਜਾਂਦੇ ਹਨ ਵੰਡਣ ਦੇ ਲਈ, ਲਕਾਈ ਨੂੰ ਦੇਣ ਦੇ ਲਈ। ਦਾਤੇ ਦੇ ਦਾਸ ਦੇਣ ਵਾਲੇ ਬਣ ਜਾਂਦੇ ਹਨ, ਕਦੇ ਥੱਕਦੇ ਨਹੀਂ, ਤੇ ਨਾ ਹੀ ਉਹਨਾਂ ਦੇ ਮਨ ਦੇ ਵਿੱਚ ਸ਼ੇਖੀ ਆਉਂਦੀ ਹੈ ਵੰਡਣ ਦੀ। ਬਸ ਵੰਡੀ ਹੀ ਜਾਂਦੇ ਹਨ, ਕਿਉਂਕਿ ਉਹ ਸਰੀਰ ਵਿੱਚ ਹਨ, ਉਹਨਾਂ ਦੇ ਬਾਹਾਂ ਹਨ, ਲੱਤਾਂ ਹਨ, ਨੈਣ ਹਨ, ਕੰਨ ਹਨ, ਉਹਨਾਂ ਦੇ ਪੈਰ ਹਨ। ਉਹਨਾਂ ਨੇ ਪਾ ਲਿਆ, ਅਭੇਦ ਖਤਮ ਹੋ ਗਿਆ, ਵਖਰੇਵਾਪਣ ਮੁੱਕ ਗਿਆ, ਤੇ ਇੱਕ ਮੁੜ ਆਇਆ। ਹੁਣ ਉਹ ਦੇਣ ਦੇ ਲਈ ਸਮਰੱਥ ਹਨ। ਉਹਨਾਂ ਦੇ ਚਰਨਾਂ ਦੀ ਧੂੜ, ਉਹਨਾਂ ਦੇ ਚਰਨਾਂ ਦੀ ਧੂੜ ਦੇ ਨਾਲ ਇਸ਼ਨਾਨ, ਉਹਨਾਂ ਦੇ ਚਰਨਾਂ ਦੀ ਧੂੜ ਨੂੰ ਅੰਮ੍ਰਿਤ ਸਮਝ ਕੇ ਪੀਣਾ ਇੱਕ ਭਾਗਾਂ ਵਾਲਾ ਵਰਦਾਨ ਹੈ ਸਿੱਖ ਦੇ ਲਈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਲਾਲਸਾ, ਉਹਨਾਂ ਦਾ ਪਿਆਰ, ਉਹਨਾਂ ਦਾ ਬੇਹੱਦ ਸਤਿਕਾਰ ਉਹਨਾਂ ਜਨਾਂ ਲਈ, ਉਹਨਾਂ ਸੇਵਕਾਂ ਲਈ, ਕਿ ਜੇ ਉਹ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਤੀਸਰੇ ਲੋਕ ਉਹ ਹਨ ਜਿਹੜੇ ਮਾਇਆ ਦੇ ਏਲਚੀ ਬਣ ਕੇ ਕੰਮ ਕਰਦੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ
ਉਹਨਾਂ ਲੋਕਾਂ ਦੀ ਜਿਹੜੇ ਹਮੇਸ਼ਾ ਹੀ ਪਿਆਰਿਆਂ ਨੂੰ ਪਰੇਸ਼ਾਨ ਕਰਦੇ ਹਨ, ਜਲੀਲ ਕਰਦੇ ਹਨ, ਨਿੰਦਕ ਹਨ। ਉਹਨਾਂ ਦਾ ਜੀਵਨ ਜਿਸ ਤਰ੍ਹਾਂ ਦਾ ਹੋਇਆ ਜਾਂ ਨਾ ਹੋਇਆ ਇੱਕ ਸਮਾਨ ਹੈ। ਸੱਚੇ ਪਾਤਸ਼ਾਹ ਨੇ ਨਿੰਦਕਾਂ, ਚੁਗਲਖੋਰਾਂ, ਪਾਪੀਆਂ, ਚੋਰਾਂ, ਹਰਾਮਖੋਰਾਂ ਦੀ ਘੋਰ ਨਿੰਦਿਆ ਕੀਤੀ ਹੈ। ਉਹਨਾਂ ਦਾ ਬਣਦਾ ਸਥਾਨ ਦੁਨੀਆ ਦੇ ਵਿੱਚ ਦਰਸਾਇਆ ਹੈ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਜੇ ਦਾਤੇ ਦੇ, ਜੇ ਗੁਰਾਂ ਦੇ ਦਰਸ਼ਨ ਵਡਮੁੱਲੇ ਹਨ, ਉਹਨਾਂ ਦੇ ਵੇਖਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ। ਉਹਨਾਂ ਦੀ ਇੱਕ ਨਜ਼ਰ ਦੇ ਨਾਲ ਪ੍ਰਾਣੀ ਤਰ ਜਾਂਦਾ ਹੈ, ਕਿਰਪਾ ਹੋ ਜਾਂਦੀ ਹੈ, ਮੋਕਸ਼ ਪ੍ਰਾਪਤ ਹੋ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਮੁਖ ਉਜਲੇ ਬਣ ਜਾਂਦੇ ਹਨ ਜੇ ਉਹਨਾਂ ਉੱਤੇ ਮਿਹਰ ਹੋ ਜਾਵੇ ਗੁਰਾਂ ਦੇ ਦੀਦਾਰ ਦੀ, ਸਦੀਵੀ ਸਾਈਟ ਦੀ, ਹੋਲੀ ਨਜ਼ਰ ਦੀ। ਉਹਨਾਂ ਉੱਤੇ ਹੋਲੀਨੈਸ, ਡਿਵਾਈਨਨੈਸ ਚੜ੍ਹ ਜਾਂਦੀ ਹੈ, ਰੂਪ ਚੜ੍ਹ ਜਾਂਦਾ ਹੈ, ਅਲਾਹੀ ਰੰਗ ਦੇ ਵਿੱਚ ਰੰਗੇ ਜਾਂਦੇ ਹਨ। ਚਰਨ ਪਰਸਨ ਕਰਨ ਨਾਲ, ਚਰਨਾਂ ਉੱਤੇ ਸਿਰ ਟਿਕਾਉਣ ਨਾਲ, ਪਰਸਤ ਚਰਨ ਗਤ ਨਿਰਮਲ ਰੀਤ। ਆਪਾਂ ਸਾਰੇ ਹੀ ਜੀਵਨ ਜੀ ਰਹੇ ਹਾਂ। ਦੁਨਿਆਵੀ ਜੀਵਨ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕੀ ਹਾਲ ਚਾਲ ਹੈ, ਚੱਲਦਾ ਹੈ, ਜਵਾਬ ਮਿਲਦਾ ਹੈ, ਚੱਲੀ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ। ਸੱਚੇ ਪਾਤਸ਼ਾਹ ਉਹੀ ਸਾਨੂੰ ਸਮਝਾ ਰਹੇ ਹਨ। ਗਤ ਨਿਰਮਲ ਰੀਤ, ਜਿਹੜਾ ਜੀਵਨ ਚੱਲ ਰਿਹਾ ਹੈ, ਜੀਵਨ ਦੀ ਰਹੁ ਰੀਤੀ ਹੈ, ਪ੍ਰਭੂ ਦੇ ਪਿਆਰੇ ਦੇ ਚਰਨ ਪਰਸਤ ਕਰਨ ਨਾਲ ਉਹ ਬੇਦਾਗ ਹੋ ਜਾਂਦਾ ਹੈ। ਉਹਦੇ ਉੱਤੇ ਕੋਈ ਤੌਬਤ ਨਹੀਂ ਰਹਿ ਜਾਂਦੀ। ਪਿਆਰਿਆਂ ਦੇ ਪੈਰ ਛੂਹਣ ਨਾਲ ਆਦਮੀ ਦਾ ਆਚਰਨ ਤੇ ਜੀਵਨ ਦੀ ਰਹੁ ਰੀਤੀ ਬੇਦਾਗ ਹੋ ਜਾਂਦੀ ਹੈ। ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ। ਜੇ ਸੰਗਤ ਮਿਲ ਜਾਵੇ, ਸੰਗਤ ਦੇ ਵਿੱਚ ਪ੍ਰਭੂ ਦਾ ਪਿਆਰਾ ਪ੍ਰਭੂ ਦਾ ਕੀਰਤਨ ਕਰਦਾ ਹੈ। ਪਿਆਰਿਆਂ ਦੀ ਸੰਗਤ ਦੇ ਵਿੱਚ ਜੁੜ ਕੇ ਪ੍ਰਭੂ ਦੀ ਸਾਧਨਾ ਤੇ ਆਰਾਧਨਾ ਹੁੰਦੀ ਹੈ। ਫਿਰ ਉਹਦੇ ਲਈ ਅਕਾਲ ਪੁਰਖ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਉਹ ਦਰਵਾਜ਼ਾ ਜਿਹਨੂੰ ਕੈਪੀਟਲ ਆਫ ਲਾਰਡ, ਕੋਰਟ ਆਫ ਲਾਰਡ, ਪਾਰ ਬ੍ਰਹਮ ਕੀ ਦਰਗਾਹ, ਉੱਥੇ ਜਾ ਸਕਦਾ ਹੈ ਜਿੱਥੇ ਸੱਚ ਦਾ ਨਿਬੇੜਾ ਹੁੰਦਾ ਹੈ। ਭਾਗਾਂ ਵਾਲਾ ਪਿਆਰਿਆਂ ਦੀ ਸੰਗ ਨਾਲ ਰਾਮ ਉਚਰਨ ਲੱਗ ਜਾਂਦਾ ਹੈ। ਆਦਤ ਪੈ ਜਾਂਦੀ ਹੈ
ਦੁਨੀਆ ਦੇ ਵਿੱਚ ਇੱਕ ਆਦਤ ਨੂੰ ਛੱਡ ਕੇ ਦੂਸਰੀ ਨੂੰ ਲਗਾਉਣਾ ਕਠਿਨ ਹੈ। ਬੇਸ਼ੁਮਾਰ ਰੀਹੈਬਿਲਿਟੇਸ਼ਨ ਹੌਸਪੀਟਲ ਹਨ ਜਿੱਥੇ ਪ੍ਰਾਣੀਆਂ ਦੇ ਨਸ਼ੇ ਛਡਾਏ ਜਾਂਦੇ ਹਨ। ਇਹ ਤਜਰਬਾ ਹੈ ਉਹਨਾਂ ਡਾਕਟਰ ਸਾਹਿਬਾਨ ਦਾ ਕਿ ਬਹੁਤ ਸਾਰੇ ਮੁੜ ਕੇ ਫਿਰ ਪਹਿਲਾਂ ਵਾਲੀ ਆਦਤ ਦੇ ਰਾਹੇ ਪੈ ਜਾਂਦੇ ਹਨ। ਇਲਾਜ ਹੋਣ ਦੇ ਬਾਵਜੂਦ ਵੀ ਪਰ ਗੁਰੂ ਦਾ ਪਿਆਰਾ ਜਦੋਂ ਪ੍ਰੇਮੀਆਂ ਦਾ ਸੰਗ ਕਰਦਾ ਹੈ ਤਾਂ ਉਹਨੂੰ ਰਾਮ ਜਪਣ ਦੀ ਆਦਤ ਪੈ ਜਾਂਦੀ ਹੈ, ਜਿਹੜੀ ਕਦੇ ਵੀ ਬਦਲਦੀ ਨਹੀਂ, ਪੱਕੀ ਅਟੱਲ ਹੋ ਜਾਂਦੀ ਹੈ। ਦਿਨ ਰਾਤ ਉਹਦੇ ਸਿਮਰਨ ਦੇ ਵਿੱਚ ਜੁਟ ਜਾਂਦਾ ਹੈ। ਪਾਰ ਬ੍ਰਹਮ ਹਰ ਪਾਸੇ ਨਜ਼ਰ ਆਉਂਦਾ ਹੈ। ਉਹਦਾ ਉਚਾਰਨ ਕਰਦਾ ਰਹਿੰਦਾ ਹੈ, ਉਹਦੇ ਜਸ ਦੇ ਗੀਤ ਗਾਉਂਦਾ ਹੈ ਤੇ ਉਹਦੀ ਕਚਹਿਰੀ ਤੱਕ ਪਹੁੰਚ ਜਾਂਦਾ ਹੈ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਜਿਹੜੇ ਕੰਨ ਪਰਮਾਤਮਾ ਨੇ ਲਗਾਏ ਹਨ ਉਹ ਕਦੇ ਥੱਕਦੇ ਨਹੀਂ। ਸਵੇਰ ਤੋਂ ਸ਼ਾਮ ਤੱਕ ਚੰਗਾ ਵੀ ਸੁਣਦੇ ਹਨ, ਮੰਦਾ ਵੀ ਸੁਣਦੇ ਹਨ ਜਾਂ ਚੁੱਪ ਨੂੰ ਵੀ ਸੁਣਦੇ ਹਨ। ਵਿਚਾਰੇ ਕਦੇ ਸ਼ਿਕਾਇਤ ਨਹੀਂ ਕਰਦੇ। ਉਹਨਾਂ ਦਾ ਕੰਮ ਸੁਣਨ ਦੇ ਲਈ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਮਿਹਰ ਕੀਤੀ ਹੈ ਕਿ ਤੁਸੀਂ ਸਰਵਣੋਂ ਲਗਾਏ ਇਸ ਕਰਕੇ ਹੋ ਕਿ ਤੁਸੀਂ ਗੁਰੂ ਦੇ ਪ੍ਰਵਚਨ ਸੁਣੋ, ਗੁਰੂ ਦਾ ਗੀਤ ਸੁਣੋ। ਤੁਹਾਡੀ ਸਥਾਪਤੀ ਇਸ ਕਰਕੇ ਹੀ ਹੋਈ ਹੈ। ਉਸ ਬਚਨ ਨੂੰ ਸੁਣਨ ਨਾਲ ਤੁਸੀਂ ਕਦੇ ਵੀ ਥੱਕੋਗੇ ਨਹੀਂ। ਜੋ ਕੁਛ ਕੰਨ ਸੁਣਦੇ ਹਨ ਉਹ ਮਨ ਦੇ ਨਾਲ ਟਕਰਾਉਂਦਾ ਹੈ, ਮਨ ਦੇ ਨਾਲ ਸਪਰਸ਼ ਕਰਦਾ ਹੈ। ਜਿਸ ਤਰ੍ਹਾਂ ਬਬੀਹਾ ਅੱਤ ਗਰਮੀ ਦੇ ਵਿੱਚ ਪ੍ਰਭੂ ਦਾ ਗੀਤ ਗਾਉਂਦਾ ਹੈ ਕਿ ਪਾਤਸ਼ਾਹ ਪਾਦੇ ਪਾਦੇ ਉਸ ਤ੍ਰਿਪਤ ਬੂੰਦ ਨੂੰ ਮੇਰੇ ਸਿਰ ਦੇ ਵਿੱਚ, ਤਾਂ ਕਿ ਮੇਰੇ ਪਾਪ ਕੱਟੇ ਜਾਣ। ਇਸੇ ਤਰ੍ਹਾਂ ਗੁਰੂ ਦਾ ਬਚਨ ਜਦੋਂ ਕੰਨ ਸਰਵਣ ਕਰਦੇ ਹਨ ਤਾਂ ਆਤਮਾ ਤ੍ਰਿਪਤ ਹੋ ਜਾਂਦੀ ਹੈ, ਸੰਤੋਖ ਮਨ ਨੂੰ ਮਿਲ ਜਾਂਦਾ ਹੈ, ਕੰਨ ਰੱਜ ਜਾਂਦੇ ਹਨ, ਮਨ ਸਬਰ ਸੰਤੋਖ ਦੇ ਵਿੱਚ ਆ ਜਾਂਦਾ ਹੈ ਤੇ ਆਤਮਾ ਨੂੰ ਖੁਰਾਕ ਮਿਲ ਜਾਂਦੀ ਹੈ ਪਿਆਰੇ ਦੀ, ਸੰਤੋਖ ਦੀ, ਸਬਰ ਦੀ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਦਾ ਪੂਰਨ ਆਖਿਆ ਹੋਇਆ ਮੰਤਰ ਹੈ, ਉਪਦੇਸ਼ ਹੈ। ਗੁਰੂ ਦੇ ਮੁਖਾਰ ਬਿੰਦ ਵਿੱਚੋਂ ਨਿਕਲੀ ਹੋਈ ਬਾਣੀ ਤਾਰਨ ਯੋਗ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਮੋਕਸ਼ ਹੈ। ਇਨਸਾਨ ਦਾ ਅਖੀਰਲਾ ਮਿਸ਼ਨ ਹੈ ਜਿਹਦੇ ਨਾਲ ਪ੍ਰਭੂ ਮਿਲ ਜਾਂਦਾ ਹੈ। ਪੂਰਾ ਗੁਰ ਆਖਿਓ, ਪੂਰੇ ਗੁਰੂ ਨੇ ਸਦੀਵੀ ਸੱਚਾ ਉਪਦੇਸ਼ ਕੀਤਾ ਹੈ। ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅੰਮ੍ਰਿਤਮਈ ਨਿਗਾਹ ਦੇ ਨਾਲ ਜੇ ਉਹਨੇ ਦੇਖ ਲਿਆ
ਦਰਅਸਲ ਉਹਦੀ ਨਜ਼ਰ ਹੋਲੀ ਹੈ, ਪਵਿੱਤਰ ਹੈ, ਹਮੇਸ਼ਾ ਹੀ ਸ਼ਾਂਤ ਹੈ। ਪਰ ਜਦੋਂ ਉਹਦੇ ਮਨ ਨੂੰ ਪ੍ਰੇਮੀ ਮੋਹ ਲੈਂਦਾ ਹੈ, ਬਬੀਹੇ ਦੀ ਤਰ੍ਹਾਂ ਜਿੱਦ ਕਰ ਕਰਕੇ ਫਿਰ ਉਹ ਆਪਣੀ ਸ਼ਾਂਤ ਨਜ਼ਰ ਦੇ ਨਾਲ ਆਪਣੇ ਪਿਆਰੇ ਨੂੰ ਤੱਕਦਾ ਹੈ। ਫਿਰ ਪਿਆਰਾ ਬ੍ਰਹਮ ਬਣ ਜਾਂਦਾ ਹੈ, ਸੰਤ ਬਣ ਜਾਂਦਾ ਹੈ। ਗੂੰਗਾ ਛੱਜੂ ਬ੍ਰਹਮ ਗਿਆਨੀ ਬਣ ਜਾਂਦਾ ਹੈ। ਇੱਕ ਦ੍ਰਿਸ਼ਟ ਦੇ ਨਾਲ ਗੀਤਾ ਦਾ ਉਪਦੇਸ਼ ਅਰਥਾਂ ਸਮੇਤ ਕਰਨ ਦੇ ਯੋਗ ਹੋ ਜਾਂਦਾ ਹੈ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਲਾਏ। ਇੰਨੇ ਗੁਣ ਹਨ, ਬੇਅੰਤ ਗੁਣ ਹੀ ਗੁਣ ਹਨ। ਉਹਨਾਂ ਦੀ ਕੀਮਤ ਕੌਣ ਪਾ ਸਕਦਾ ਹੈ? ਕੋਈ ਵੀ ਦੱਸ ਨਹੀਂ ਸਕਦਾ ਉਹਨਾਂ ਦਾ ਮੁੱਲ। ਜੇ ਦੱਸੇਗਾ ਤਾਂ ਆਪਣੀ ਬੋਲੀ ਵਿੱਚ ਹੀ ਦੱਸੇਗਾ, ਆਪਣੇ ਮੈਥਾਮੈਟਿਕਸ ਦੇ ਵਿੱਚ ਹੀ ਦੱਸੇਗਾ, ਜਿਹੜਾ ਪ੍ਰਭੂ ਉੱਤੇ ਲਾਗੂ ਹੀ ਨਹੀਂ ਹੁੰਦਾ। ਪ੍ਰਭੂ ਦੁਨੀਆ ਦੇ ਬਣਾਏ ਹੋਏ ਹਿਸਾਬਾਂ ਤੋਂ ਵੱਡਾ ਹੈ। ਦੁਨੀਆ ਦੇ ਕੋਲ ਪ੍ਰਭੂ ਦੀ ਮਿਣਤੀ ਗਿਣਤੀ ਕਰਨ ਦਾ ਹਿਸਾਬ ਕਿਤਾਬ ਨਹੀਂ, ਨਾ ਹੀ ਉਹਨੂੰ ਤੋਲਣ ਦੇ ਲਈ ਕੋਈ ਤੱਕੜੀ ਹੈ। ਸਿਰਫ ਤੇ ਸਿਰਫ ਪਿਆਰਿਆਂ ਦੇ ਕੋਲ ਸ਼ਰਧਾ ਹੈ, ਬਿਰਹੋਂ ਹੈ, ਤਰਲਾ ਹੈ, ਬੇਨਤੀ ਹੈ, ਫਰਿਆਦ ਹੈ। ਜਦੋਂ ਉਹ ਫਰਿਆਦ ਕਰਦੇ ਹਨ, ਜਿੰਨਾ ਕੁ ਦੱਸ ਸਕਦੇ ਹਨ ਦੱਸਦੇ ਹਨ, ਪਰ ਉਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਕੌਣ ਅਪਰੇਜ਼ਲ ਕਰੇਗਾ ਵਾਹਿਗੁਰੂ ਦੀ, ਅਕਾਲ ਪੁਰਖ ਦੀ। ਦੁਨੀਆ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਜਾਇਦਾਦਾਂ ਦੀ ਕੀਮਤ ਨਿਯਤ ਕੀਤੀ ਜਾਂਦੀ ਹੈ। ਪ੍ਰੋਫੈਸ਼ਨਲ ਲੋਕ ਹਨ ਜਿਨ੍ਹਾਂ ਨੂੰ ਇਸ ਲਈ ਵਿਸ਼ੇਸ਼ ਵਿੱਦਿਆ ਪੜ੍ਹਨੀ ਪੈਂਦੀ ਹੈ। ਫਿਰ ਉਹਨਾਂ ਦੇ ਆਪਣੇ ਤਰੀਕੇ ਹਨ ਜਿਹਦੇ ਨਾਲ ਕੀਮਤ ਨਿਯਤ ਕਰਦੇ ਹਨ। ਮਿਸਾਲ ਵਜੋਂ ਇਲਾਕਾ, ਆਲੇ ਦੁਆਲੇ ਦੀਆਂ ਹੋਰ ਪ੍ਰੋਪਰਟੀਜ਼, ਜਾਂ ਪ੍ਰੋਪਰਟੀ ਦੇ ਵਿੱਚੋਂ ਕਿੰਨੀ ਆਮਦਨ ਆਉਂਦੀ ਹੈ। ਫਿਰ ਉਹ ਨੇੜੇ ਤੇੜੇ ਦੀ ਵੈਲਿਊ ਉਧਾਰ ਕਰਦੇ ਹਨ ਅਤੇ ਨਾਲ ਲਿਖ ਦਿੰਦੇ ਹਨ ਕਿ ਹਰ ਪ੍ਰੋਪਰਟੀ ਦੀ ਕੀਮਤ ਪ੍ਰੋਪਰਟੀ ਦੀ ਜਗ੍ਹਾ ਉੱਤੇ ਆਧਾਰਿਤ ਹੈ। ਲੋਕੇਸ਼ਨ। ਇੱਥੇ ਪ੍ਰੀਤਮ ਪਿਆਰੇ ਅਕਾਲ ਪੁਰਖ ਦੀ ਕੌਣ ਅਪਰੇਜ਼ਲ ਹੈ, ਕੌਣ ਅਪਰੇਜ਼ਰ ਹੈ, ਕਿਹਦੇ ਨਾਲ ਮੁਕਾਬਲਾ ਕਰੇਗਾ? ਉਹਦੇ ਵਰਗਾ ਕੋਈ ਹੈ ਹੀ ਨਹੀਂ। ਉਹਦਾ ਮੁੱਲ ਕਿਵੇਂ ਪਾਵੇਗਾ? ਇੱਕ ਪ੍ਰੋਫੈਸ਼ਨਲ ਪ੍ਰਾਈਸ ਆਧਾਰਿਤ ਕਰਨ ਵਾਲਾ ਵਿਅਕਤੀ ਪ੍ਰਭੂ ਦੀ ਕੀਮਤ ਕਿਸ ਤਰ੍ਹਾਂ ਪਾਵੇਗਾ? ਫਿਰ ਕਿਵੇਂ ਦੱਸੇਗਾ ਕਿ ਪ੍ਰਭੂ ਕਿੰਨੀ ਪੈਦਾਵਾਰ ਕਰਦਾ ਹੈ, ਕਿੰਨੀ ਉਪਜ ਹੈ? ਇਹ ਇੱਕ ਤਰਲਾ ਹੋਵੇਗਾ। ਪ੍ਰਭੂ ਦੀ ਪੈਦਾਵਾਰ, ਪ੍ਰਭੂ ਦੀ ਕ੍ਰੀਏਸ਼ਨ ਦਾ ਅੰਦਾਜ਼ਾ ਕੌਣ ਲਾਵੇਗਾ? ਇੱਕ ਹਾਸੋਹੀਣੀ ਗੱਲ ਬਣ ਜਾਵੇਗੀ। ਬੇਅੰਤ ਪ੍ਰੀਤਮ ਧੰਨ ਧੰਨ ਗੁਰੂ ਅਰਜਨ ਦੇਵ ਜੀ ਭਲੀ ਭਾਂਤ ਜਾਣਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਗੁਣ ਬੇਅੰਤ ਗਿਣੇ ਨਹੀਂ ਜਾ ਸਕਦੇ।
ਕੀਮਤ ਨਹੀਂ ਪਾਏ, ਉਹਦੀ ਕੀਮਤ ਪਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਨਾਨਕ ਜਿਸ ਭਾਵੈ ਤਿਸ ਲੈ ਮਲਾਏ, ਜਿਹਦੇ ਉੱਤੇ ਉਹ ਪ੍ਰਸੰਨ ਹੋ ਜਾਂਦਾ ਹੈ ਉਹਨੂੰ ਆਪਣਾ ਬਣਾ ਲੈਂਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ, ਟੁੱਟ ਜਾਂਦਾ ਹੈ, ਬਲਿਹਾਰਿਆ ਜਾਂਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਫਲ ਦਰਸ਼ਨ ਪੇਕਤ ਪਨੀਤ, supreme is the sight. By beholding the sight on beloved one is purified. Parsat Chan Gat Nirmal Reet. By touching his feet, man's conduct and way of life are rendered blotless. ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। By moving in his company, one utters the Lord's praise and reaches the court of Supreme Master. ਸੁਨ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤਿਆਨੇ। On hearing Guru's words, the ears are sated, the mind gains contentment, and the soul is propitiated. Mind, and ears become holy and are filled up. Instead of frustration, hastiness, there is peace comes to the mind, and soul is purified. Pura gur akhiyon jaka mantar, amrit drist pekhe hoye sant. Perfect is the Guru and eternally true in his instruction. He whom he beholds with his ambrosial glance becomes a saint. Gun be-ant ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਲਾਏ। Infinity are his virtues. His worth cannot be appraised. Nanak, who so pleases him, to him he unites with himself. From two becomes one. Division is gone and unity prevails. No more identification of the beloved left. One makes the other one part of one. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਿਹਰ ਅਪਾਰ ਕੀਤੀ ਹੈ ਕਿ ਪ੍ਰਾਣੀ, ਇਹ ਜੀਵਨ ਤੈਨੂੰ ਲਾਹਾ ਲੈਣ ਦਾ ਹੈ। ਤੈਨੂੰ ਵਡਮੁੱਲਾ ਜੀਵਨ ਦਾਤੇ ਨੇ ਦਿੱਤਾ ਹੈ, ਮਿਹਰ ਕੀਤੀ ਹੈ, ਤੇ ਤੂੰ ਪਦਾਰਥ ਦੇ ਪਿੱਛੇ ਲੱਗ ਕੇ ਭੋਲਿਆ ਆਪਣਾ ਸਮਾਂ ਗਵਾ ਲਿਆ ਹੈ। ਤੇਰੇ ਵਿੱਚ ਪਛਤਾਵਾ ਹੈ, ਡਰ ਹੈ। ਡਰ ਦੇ ਨਾਲ ਕਿਸੇ ਦੀ ਆਰਾਧਨਾ ਨਹੀਂ ਕੀਤੀ ਜਾ ਸਕਦੀ। ਡਰ ਦੇ ਨਾਲ ਤੂੰ ਪੂਰਨ ਨਹੀਂ ਹੈ। ਜਦੋਂ ਡਰ ਚੁੱਕਿਆ ਗਿਆ, ਭੈ ਖਤਮ ਹੋ ਗਈ,
ਤਾਂ ਤੂੰ ਪੂਰਨ ਬਣ ਜਾਵੇਗਾ। ਉਹਨਾਂ ਪਿਆਰਿਆਂ ਨੂੰ ਲੱਭ ਲੈ ਜਿਹੜੇ ਗੁਰਾਂ ਦੇ ਆਪਣੇ ਨਾਲ ਸਮੇਲੇ ਹੋਏ ਹਨ। ਉਹਨਾਂ ਦੀ ਇੱਕ ਨਜ਼ਰ ਦੇ ਨਾਲ ਤੇਰਾ ਸਾਰਾ ਕੁਝ ਪਵਿੱਤਰ ਹੋ ਜਾਵੇਗਾ। ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਨ ਦੇ ਨਾਲ ਤੂੰ ਨਿਰਮਲ ਬਣ ਜਾਵੇਗਾ। ਤੇਰਾ ਜੀਵਨ ਸਾਫ ਸੁਥਰਾ ਹੋ ਜਾਵੇਗਾ। ਗੁਰੂ ਪਿਆਰਿਆ, ਤੂੰ ਸੰਗਤ ਤਾਂ ਕਰਦਾ ਹੈ ਮਨਮੁੱਖਾਂ ਦੀ, ਸਮਾਂ ਬਰਬਾਦ ਕਰਦਾ ਹੈ ਸ਼ੇਖੀਆਂ ਦੇ ਵਿੱਚ, ਨਿੰਦਿਆਂ ਦੇ ਵਿੱਚ, ਚੁਗਲੀਆਂ ਦੇ ਵਿੱਚ, ਗਰੀਬਾਂ ਉੱਤੇ ਗਰਦਨ ਕੜਾਉਂਦਾ ਹੈ, ਅਸਮਾਨ ਵੱਲ ਮੂੰਹ ਕਰਕੇ ਮੱਥੇ ਉੱਤੇ ਤਿਉੜੀਆਂ ਪਾਉਂਦਾ ਹੈ। ਕਿਹਦੇ ਲਈ ਤੂੰ ਕਿਹਨੂੰ ਡਰਾਉਂਦਾ ਹੈ? ਜਿਹੜੇ ਉਹਦੇ ਪਿਆਰੇ ਹਨ ਉਹ ਡਰ ਤੋਂ ਬਾਹਰ ਚਲੇ ਗਏ ਹਨ। ਭੈ ਉਹਨਾਂ ਨੂੰ ਸਤਾਉਂਦੀ ਨਹੀਂ। ਹਾਂ, ਤੂੰ ਉਹਨਾਂ ਦਾ ਸੰਗ ਕਰ ਲਵੇਂ ਤਾਂ ਤੈਨੂੰ ਵੀ ਰਾਮ ਜਪਣ ਦਾ ਫਾਰਮੂਲਾ, ਤੇਰੀ ਆਦਤ ਬਦਲ ਜਾਵੇਗੀ। ਤੂੰ ਪਾਰ ਬ੍ਰਹਮ ਬਣ ਜਾਵੇਗਾ। ਵਿਵੇਕ ਅਕਲ ਦਾ ਮਾਲਕ, ਤੈਨੂੰ ਇਹ ਪਾਸ ਮਿਲ ਜਾਵੇਗਾ ਪਿਆਰਿਆ। ਗੁਰੂ ਪਿਆਰਿਓ, ਦੁਨੀਆ ਦੇ ਵਿੱਚ ਲੋਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਘੁੰਮਣ ਫਿਰਨ ਦੇ ਪਾਸ ਮਿਲ ਜਾਂਦੇ ਹਨ। ਸਮਾਜ ਸੇਵਾ ਕਰਨ ਵਾਲਿਆਂ ਨੂੰ, ਵਿਦਿਆਰਥੀਆਂ ਨੂੰ, ਹਰ ਕਿਸੇ ਦਾ ਪਾਸ ਵੱਖਰਾ ਹੈ। ਕਈ ਪਾਸ ਇੱਜ਼ਤ ਦੇ ਹਨ ਤੇ ਕਈਆਂ ਨੂੰ ਪੈਸੇ ਦੇਣੇ ਪੈਂਦੇ ਹਨ ਪਾਸ ਪ੍ਰਾਪਤ ਕਰਨ ਦੇ ਲਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮੀ ਦੇ ਪਾਸ ਦੀ ਗੱਲ ਕਰ ਰਹੇ ਹਨ ਕਿ ਜਦੋਂ ਤੈਨੂੰ ਪਿਆਰੇ ਮਿਲ ਗਏ, ਤੂੰ ਉਹਨਾਂ ਦੀ ਕੰਪਨੀ ਦੇ ਵਿੱਚ ਕੀਰਤਨ ਕਰਨ ਲੱਗ ਪਿਆ, ਫਿਰ ਤੈਨੂੰ ਪਾਤਸ਼ਾਹ ਦਾ ਪਾਸ ਮਿਲ ਜਾਵੇਗਾ। ਤੂੰ ਦੋਨਾਂ ਲੋਕਾਂ ਦੇ ਵਿੱਚ ਜਾ ਸਕਦਾ ਹੈ। ਤੇਰਾ ਚਿੱਤ ਕਰੇ ਲੋਕਾਂ ਦੇ ਵਿੱਚ, ਤੇਰਾ ਚਿੱਤ ਕਰੇ ਪਰਲੋਕਾਂ ਦੇ ਵਿੱਚ, ਤੇਰਾ ਦਿਲ ਕਰੇ ਦੁਨੀਆ ਦੇ ਵਿੱਚ, ਤੇਰਾ ਦਿਲ ਕਰੇ ਪ੍ਰਭੂ ਦੇ ਦੇਸ਼ ਵਿੱਚ ਤੂੰ ਜਾ ਆ ਸਕਦਾ ਹੈ। ਤੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਜਾ ਸਕਦਾ ਹੈ। ਤੂੰ ਇਹ ਦੇਖ ਸਕਦਾ ਹੈ ਕਿ ਕਿਸ ਤਰ੍ਹਾਂ ਫੈਸਲੇ ਸੁਣਾਏ ਜਾਂਦੇ ਹਨ, ਕਿਸ ਤਰ੍ਹਾਂ ਹੁਕਮ ਮਕਾਮ ਚੱਲਦੇ ਹਨ। ਇਹ ਪ੍ਰਭੂ ਦਾ ਪਾਸ ਹੈ। ਤੇਰੀ ਸੇਵਾ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ। ਸੁਣ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤਿਆਨੇ। ਪਿਆਰਿਆ, ਵੱਡੀਆਂ ਵੱਡੀਆਂ ਕਲੱਬਾਂ ਦੇ ਵਿੱਚ ਤੂੰ ਗਿਆ, ਵੱਡੇ ਵੱਡੇ ਇਕੱਠਾਂ ਦੇ ਵਿੱਚ ਤੇਰਾ ਸਨਮਾਨ ਕੀਤਾ ਗਿਆ। ਤੇਰੀ ਇੱਜ਼ਤ ਦੇ ਲਈ ਜਕਾਰੇ ਛੱਡੇ ਗਏ, ਪਰ ਤੈਨੂੰ ਸ਼ਾਂਤੀ ਕਦੇ ਵੀ ਨਹੀਂ ਆਈ। ਤੂੰ ਵੱਡੀਆਂ ਵੱਡੀਆਂ ਤਕਰੀਰਾਂ ਕੀਤੀਆਂ, ਵੱਡੇ ਵੱਡੇ ਭਾਸ਼ਣ ਸੁਣੇ, ਪਰ ਮਨ ਦੇ ਵਿੱਚ ਬੇਚੈਨੀ ਹੀ ਰਹੀ। ਗੁਰੂ ਪਿਆਰੇ ਦਾ ਇੱਕ ਬਚਨ ਸੁਣ ਕੇ, ਗੁਰੂ ਦਾ ਗੀਤ ਸਰਵਣ ਕਰਕੇ ਪਿਆਰਿਆ ਤੂੰ ਰੱਜ ਗਿਆ। ਤੇਰੇ ਕੰਨ ਭਰ ਗਏ, ਤੂੰ ਨਿਹਾਲ ਹੋ ਗਿਆ।
ਤੇਰੇ ਉੱਤੇ ਅਪਾਰ ਕਿਰਪਾ ਦਾਤੇ ਦੀ ਹੋ ਗਈ। ਹੁਣ ਤੇਰੀ ਆਤਮਾ ਵੀ ਸ਼ਾਂਤ ਹੋ ਗਈ। ਆਤਮਾ ਨੂੰ ਪ੍ਰਭੂ ਦਾ ਭੋਜਨ ਮਿਲ ਗਿਆ। ਆਤਮਾ ਤ੍ਰਿਪਤ ਹੋ ਗਈ। ਗੁਰੂ ਨੇ ਸਮਝਾਇਆ ਹੋਇਆ ਮੰਤਰ ਤੇਰੇ ਕੰਮ ਆ ਗਿਆ। ਗੁਰੂ ਪੂਰਾ ਹੈ। ਜੋ ਉਹ ਸਮਝਾਉਂਦਾ ਹੈ ਉਹਦਾ ਸ਼ਬਦ ਅਟਲ ਹੈ, ਸਦੀਵੀ ਹੈ, ਸੱਚਾ ਹੈ ਉਹਦਾ ਉਪਦੇਸ਼। ਉਹਦੀ ਨਦਰ, ਉਹਦੀ ਮਿਹਰ, ਉਹਦੀ ਕਿਰਪਾ ਅਪਾਰ ਹੈ। ਬੇਸ਼ੱਕ ਉਹ ਤੇਰੇ ਵਰਗੀਆਂ ਅੱਖਾਂ ਜੋ ਤੇਰੇ ਕੋਲ ਹਨ ਉਹਨਾਂ ਨਾਲ ਤੱਕਦਾ ਨਹੀਂ ਹੈ। ਪ੍ਰਭੂ ਦੀਆਂ ਅੱਖਾਂ ਵੱਖਰੀਆਂ ਹਨ, ਪਰ ਜਦੋਂ ਆਪਣੀ ਨਜ਼ਰ ਨਾਲ ਤੈਨੂੰ ਵੇਖਦਾ ਹੈ ਉਹਦਾ ਕਿਹਾ ਹੋਇਆ ਸ਼ਬਦ ਤੂੰ ਸਮਝ ਲੈਂਦਾ ਹੈ। ਉਹਦੀ ਅੰਮ੍ਰਿਤ ਰੂਪੀ ਨਜ਼ਰ ਦੇ ਨਾਲ ਤੂੰ ਮਹਾਂਪੁਰਸ਼ ਬਣ ਜਾਂਦਾ ਹੈ, ਸੰਤ ਬਣ ਜਾਂਦਾ ਹੈ, ਮਹਾਨ ਗਿਆਨਵਾਨ, ਸਾਰੀ ਸ੍ਰਿਸ਼ਟੀ ਨੂੰ ਸਮਝਣ ਵਾਲਾ। ਇਸੇ ਤਰ੍ਹਾਂ ਪ੍ਰਭੂ ਦੇ ਗੁਣ ਤਾਂ ਗਿਣੇ ਹੀ ਨਹੀਂ ਜਾ ਸਕਦੇ। ਉਹਨਾਂ ਦੀ ਗਿਣਤੀ ਬੇਅੰਤ ਹੈ, ਕੀਮਤ ਕੋਈ ਪਾਈ ਨਹੀਂ ਜਾ ਸਕਦੀ। ਭਗਤ ਪ੍ਰਭੂ ਦੀ ਕੀਮਤ ਪਾਉਂਦੇ ਵੀ ਨਹੀਂ। ਪ੍ਰਭੂ ਦੀ ਦੁਨੀਆ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ ਪਾਉਂਦਾ। ਇੱਕੋ ਹੀ ਕੀਮਤ ਨਾਲ ਜੁੜੇ ਹੋਏ ਹਨ ਭਗਤ ਤੇ ਪ੍ਰਭੂ। ਉਹ ਪਿਆਰ ਹੈ, ਪ੍ਰੇਮ ਹੈ। ਇਹ ਦੁਨੀਆ ਕੀਮਤ ਪਾਉਂਦੀ ਹੈ, ਦੁਨੀਆ ਹੀ ਤੋਲਦੀ ਹੈ, ਦੁਨੀਆ ਹੀ ਮਾਪਦੀ ਹੈ, ਦੁਨੀਆ ਹੀ ਮਿਣਦੀ ਹੈ। ਪ੍ਰਭੂ ਦੇ ਸੰਸਾਰ ਦੇ ਵਿੱਚ ਇਹ ਗਿਣਤੀਆਂ ਮਿਣਤੀਆਂ ਦਾ ਰਿਵਾਜ ਹੀ ਨਹੀਂ। ਬਸ ਪ੍ਰੇਮ ਹੀ ਪ੍ਰੇਮ ਹੈ, ਮਿਹਰ ਹੀ ਮਿਹਰ ਹੈ। ਬਖਸ਼ੰਦ ਪਿਤਾ ਦੇ ਸੰਸਾਰ ਦੇ ਵਿੱਚ ਬੇਅੰਤ ਕਿਰਪਾਲੂ ਦਿਆਲੂ ਪਿਤਾ ਪਰਮੇਸ਼ਰ ਆਪਣੇ ਪਿਆਰਿਆਂ ਉੱਤੇ ਡੁੱਲਦਾ ਹੈ। ਪ੍ਰਭੂ ਦੀ ਕਮਜ਼ੋਰੀ ਭਗਤ ਹਨ। ਭਗਤ ਜਿੱਦ ਕਰਕੇ ਪ੍ਰਭੂ ਤੋਂ ਕੁਝ ਵੀ ਮਨਾ ਸਕਦੇ ਹਨ। ਪ੍ਰਭੂ ਸਾਰੇ ਬੰਧਨ ਕੱਟ ਦਿੰਦਾ ਹੈ ਆਪਣੇ ਪਿਆਰੇ ਦੇ ਮਿਹਰ ਦੇ ਨਾਲ। ਉਹਨੂੰ ਆਪਣੇ ਵਰਗਾ ਆਪਣਾ ਰੂਪ ਹੀ ਬਣਾ ਦਿੰਦਾ ਹੈ। ਪਰ ਜੇ ਉਹਦੀ ਮਿਹਰ ਹੋਵੇ ਤਾਂ, ਜੇ ਉਹ ਟੁੱਟ ਜਾਵੇ, ਡੁੱਲ ਜਾਵੇ ਆਪਣੇ ਪਿਆਰੇ ਉੱਤੇ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।